Hello students. Today our topic is oil circuit breakers and its types. ਅੱਜ ਦੇ ਮਤਲਬ ਜਿਹੜਾ ਆਪਾਂ ਟੌਪਿਕ ਪੜ੍ਹਨਾ ਆ ਆਇਲ ਸਰਕਟ ਬ੍ਰੇਕਰ ਬਾਰੇ ਪੜ੍ਹਨਾ। ਪਹਿਲਾਂ ਕੱਲ੍ਹ ਆਪਾਂ ਪੜ੍ਹਿਆ ਸੀਗਾ ਕਿ ਕਲਾਸੀਫਿਕੇਸ਼ਨ ਆਫ ਸਰਕਟ ਬ੍ਰੇਕਰਸ ਦੀਆਂ ਕਲਾਸੀਫਿਕੇਸ਼ਨਸ ਕਿੰਨੇ ਟਾਈਪ ਦੇ ਸਰਕਟ ਬ੍ਰੇਕਰਸ ਹੁੰਦੇ ਆ। ਉਹਦੇ 'ਚ ਆਪਾਂ ਪੜ੍ਹਿਆ ਸੀ ਦੇਖੋ ਕਿ ਟਾਈਪਸ ਦੇ ਹਿਸਾਬ ਨਾਲ ਮੇਨ ਜਿਹੜੇ ਮਤਲਬ ਟਾਈਪਸ ਹੈਗੀਆਂ ਉਹ ਹੈਗੀਆਂ ਪਹਿਲਾਂ ਹੈ ਆਇਲ ਸਰਕਟ ਬ੍ਰੇਕਰ, फिर है एयर ब्लास्ट सर्कट ब्रेकर, फिर SF6 दैट इज़ सल्फर हैक्सा फ्लोराइड सर्कट ब्रेकर्स तो लास्ट वन सीगा वैक्यूम सर्कट ब्रेकर। तो अज आप इन्होंने सारिਆਂ ਦੇ ਵਿੱਚੋਂ ਪਹਿਲਾਂ ਪੜਾਂਗੇ ਆਇਲ ਸਰਕਟ ਬ੍ਰੇਕਰ ਐਂਡ ਇਟਸ ਟਾਈਪਸ ਵੀ। ਆਇਲ ਸਰਕਟ ਬ੍ਰੇਕਰ ਕੀ ਹੁੰਦਾ ਆ, ਤੁਹਾਡੀਆਂ ਕਿਹੜੀਆਂ ਟਾਈਪਸ ਆ, ਅੱਜ ਦਾ ਆਪਣਾ ਇਹ ਜਿਹੜਾ ਟੌਪਿਕ ਹੈ। ਦੇਖੋ ਲਿਖਿਆ ਟਾਈਪਸ ਆਫ ਆਇਲ ਸਰਕਟ ਬ੍ਰੇਕਰ। ਜਿਹੜੇ ਵੀ ਆਇਲ ਸਰਕਟ ਬ੍ਰੇਕਰਸ ਆ ਇਹਨਾਂ ਦੇ ਕਿੰਨੀਆਂ ਟਾਈਪਸ ਦੇ ਹੁੰਦੇ ਹੈਗੇ ਆ। ਇੱਕ ਤਾਂ ਦੇਖੋ ਜਿਹੜੇ ਆਇਲ ਸਰਕਟ ਬ੍ਰੇਕਰ ਆ ਉਹਦੇ ਵਿੱਚ ਪਹਿਲਾ ਹੈ ਬਲਕ ਆਇਲ ਸਰਕਟ ਬ੍ਰੇਕਰ। ਬਲਕ ਦਾ ਮਤਲਬ ਹੁੰਦਾ ਜ਼ਿਆਦਾ, ਮਤਲਬ ਉਹ ਸਰਕਟ ਬ੍ਰੇਕਰ ਜਿਹਦੇ ਆਪਾਂ ਵਿੱਚ ਜ਼ਿਆਦਾ ਆਇਲ ਜਿਹੜਾ ਯੂਜ਼ ਕਰਦੇ ਹੈਗੇ ਆ ਇਨ ਦਾ ਫਾਰਮ 1000 ਲੀਟਰਸ, ਮਤਲਬ ਕਹਿ ਸਕਦੇ 1000 ਲੀਟਰਸ ਮਤਲਬ ਆਪਾਂ ਯੂਜ਼ ਕਰਦੇ ਹੈਗੇ ਆ ਉਹ ਵਾਲਾ ਸਰਕਟ ਬ੍ਰੇਕਰ ਜਿਹਦੇ ਵਿੱਚ ਜ਼ਿਆਦਾ ਆਇਲ ਯੂਜ਼ ਕਰਦੇ ਆ ਦੈਟ ਇਜ਼ ਕਾਲਡ ਬਲਕ ਆਇਲ ਸਰਕਟ ਬ੍ਰੇਕਰ। ਅਤੇ ਦੂਜਾ ਹੁੰਦਾ ਮਿਨੀਮਮ ਆਇਲ ਸਰਕਟ ਬ੍ਰੇਕਰ। ਮਿਨੀਮਮ ਆਇਲ ਸਰਕਟ ਬ੍ਰੇਕਰ ਦੇ ਵਿੱਚ ਕੀ ਆ ਕਿ ਆਇਲ ਦੀ ਕੁਆਂਟਿਟੀ ਜਿਹੜੀ ਆ ਉਹ ਮਿਨੀਮਮ ਕਰ ਦਿੱਤੀ ਜਾਂਦੀ ਆ ਅਤੇ ਜਿਹੜੀ ਇੰਸੂਲੇਸ਼ਨ ਆ ਉਹ ਆਪਾਂ ਹੋਰ ਕਿਸੇ ਮੈਥਡ ਨਾਲ ਪ੍ਰੋਵਾਈਡ ਕਰਦੇ ਹੈਗੇ ਆ। ਆਇਲ ਨੂੰ ਸਿਰਫ ਆਪਾਂ ਆਰਕ ਕੁਇੰਚਿੰਗ ਦੇ ਵਾਸਤੇ ਹੀ ਯੂਜ਼ ਕਰਦੇ ਹਾਂ, ਇਸ ਕਰਕੇ ਇਹਦਾ ਨਾਮ ਪੈ ਗਿਆ, ਇਹਨੂੰ ਆਪਾਂ ਕਹਿੰਦੇ ਹੈਗੇ ਮਿਨੀਮਮ ਆਇਲ ਸਰਕਟ ਬ੍ਰੇਕਰਸ। ਮਤਲਬ ਆਇਲ ਸਰਕਟ ਬ੍ਰੇਕਰ ਬੇਸਿਕਲੀ ਮਤਲਬ ਜਿਹੜਾ ਦੋ ਟਾਈਪ ਦੇ ਹੁੰਦੇ ਆ, ਇੱਕ ਬਲਕ ਅਤੇ ਦੂਜਾ ਮਿਨੀਮਮ ਆਇਲ। ਹੁਣ ਅੱਜ ਦਾ ਜਿਹੜਾ ਆਪਣਾ ਟੌਪਿਕ ਹੈ, ਜਿਹੜਾ ਆਪਾਂ ਹੁਣ ਟੌਪਿਕ ਡਿਸਕਸ ਕਰਨਾ ਉਹ ਹੈ ਸਿਰਫ ਬਲਕ ਆਇਲ ਸਰਕਟ ਬ੍ਰੇਕਰ ਕੀ ਹੁੰਦਾ ਹੈਗਾ। ਹੁਣ ਕੀ ਹੈ ਬਲਕ ਆਇਲ ਸਰਕਟ ਬ੍ਰੇਕਰ, ਕੀ ਹੁੰਦੇ ਆ ਬਲਕ ਆਇਲ ਸਰਕਟ ਬ੍ਰੇਕਰ। ਮਤਲਬ ਬੇਸਿਕ ਫੰਡਾ ਕੀ ਹੈ, ਕਹਿੰਦਾ ਹੈ ਬ੍ਰੇਕਰ ਵਿਚ ਯੂਜ਼ਜ਼ a large quantity of oil for arc extinction is called a bulk oil ਸਰਕਟ ਬ੍ਰੇਕਰ। ਜਿੱਦਾਂ ਮੈਂ ਤੁਹਾਨੂੰ ਪਹਿਲਾਂ ਦੱਸਿਆ ਕਿ ਉਹ ਸਰਕਟ ਬ੍ਰੇਕਰ ਜਿਹਨਾਂ ਆਪਾਂ ਬਹੁਤ ਜ਼ਿਆਦਾ ਕੁਆਂਟਿਟੀ ਜਿਹੜੀ ਆਇਲ ਦੀ ਯੂਜ਼ ਕਰਦੇ ਹਾਂ ਦੈਟ ਬ੍ਰੇਕਰਸ ਆਰ ਕਾਲਡ ਬਲਕ ਆਇਲ ਸਰਕਟ ਬ੍ਰੇਕਰਸ, ਮਤਲਬ ਉਹਨੂੰ ਕਹਿੰਦੇ ਆ ਬਲਕ ਆਇਲ ਸਰਕਟ ਬ੍ਰੇਕਰ। ਸੈਕਿੰਡ ਲਾਈਨ ਕਹਿੰਦਾ ਦੇਖੋ ਸੱਚ ਟਾਈਪ ਆਫ ਸਰਕਟ ਬ੍ਰੇਕਰ is also known as dead tank type circuit breaker because their tank is held at ground potential। ਮਤਲਬ ਜਿਹੜਾ ਬਲਕ ਆਇਲ ਸਰਕਟ ਬ੍ਰੇਕਰ ਆ ਇਹਦਾ ਜਿਹੜਾ ਆਊਟਰ ਟੈਂਕ ਹੈ ਜਿਹਦੇ ਵਿੱਚ ਆਪਾਂ ਆਇਲ ਪਾਉਣਾ ਹੈਗਾ, ਜਿਹਦੇ ਵਿੱਚ ਸਰਕਟ ਬ੍ਰੇਕਰ ਨੇ ਵਰਕ ਕਰਨਾ ਹੈਗਾ, ਉਹ ਜਿਹੜਾ ਟੈਂਕ ਆ ਉਹਦਾ ਕਹਿੰਦਾ ਪੋਟੈਂਸ਼ੀਅਲ ਜਿਹੜਾ ਆ ਆਪਾਂ ਗਰਾਊਂਡ 'ਤੇ ਰੱਖਦੇ ਮੀਨ ਜ਼ੀਰੋ ਪੋਟੈਂਸ਼ੀਅਲ 'ਤੇ ਰੱਖਦੇ, ਮਤਲਬ ਉਹਨੂੰ ਅਰਥ ਕਰ ਦਿੰਦੇ ਆ। ਇਸ ਕਰਕੇ ਕਹਿੰਦਾ ਇਸ ਵਾਲੇ ਸਰਕਟ ਬ੍ਰੇਕਰਸ ਨੂੰ ਆਪਾਂ ਡੈਡ ਟੈਂਕ ਟਾਈਪ ਵੀ ਸਰਕਟ ਬ੍ਰੇਕਰ ਵੀ ਕਹਿੰਦੇ ਆ। ਡੈਡ ਟੈਂਕ ਟਾਈਪ ਮਤਲਬ ਸਰਕਟ ਬ੍ਰੇਕਰ ਵੀ ਆਪਾਂ ਇਹਨੂੰ ਕਹਿੰਦੇ ਕਿਉਂਕਿ ਇਹਦਾ ਪੋਟੈਂਸ਼ੀਅਲ ਜਿਹੜਾ ਟੈਂਕ ਦਾ ਹੈ ਅਰਥ ਕਰਕੇ ਆਪਾਂ ਨੂੰ ਜ਼ੀਰੋ ਪੋਟੈਂਸ਼ੀਅਲ 'ਤੇ ਰੱਖਿਆ ਜਾਂਦਾ ਹੈਗਾ। ਤੀਜੀ ਲਾਈਨ ਦੇਖੋ ਦ ਕੁਆਂਟਿਟੀ ਆਫ ਆਇਲ ਰਿਕੁਆਇਰਸ ਇਨ ਬਲਕ ਆਇਲ ਸਰਕਟ ਬ੍ਰੇਕਰ ਡਿਪੈਂਡਸ ਔਨ ਦਾ ਸਿਸਟਮ ਵੋਲਟੇਜ। ਹੁਣ ਜਿਹੜੀ ਕੁਆਂਟਿਟੀ ਕਿੰਨੀ ਕੁਆਂਟਿਟੀ ਯੂਜ਼ ਕਰਨੀ ਆਇਲ ਦੀ ਇਹ ਡਿਪੈਂਡ ਕਰਦਾ ਸਿਸਟਮ ਵੋਲਟੇਜ ਕਿੰਨੀ ਆ। ਜਿੰਨੀ ਜ਼ਿਆਦਾ ਸਿਸਟਮ ਵੋਲਟੇਜ ਹੋਏਗੀ ਉਹਨਾਂ ਆਇਲ ਜਿਹੜਾ ਉਹ ਜ਼ਿਆਦਾ ਸਾਨੂੰ ਯੂਜ਼ ਕਰਨਾ ਪਏਗਾ। ਕਹਿੰਦਾ ਇਫ ਨੈਕਸਟ ਲਾਈਨ ਇਫ ਦਾ ਆਊਟਪੁੱਟ ਰੇਟਿੰਗ ਆਫ ਦਾ ਵੋਲਟੇਜ ਇਜ਼ 110 ਕਿਲੋ ਵੋਲਟ, ਜੇ ਕਹਿੰਦਾ 110 ਕਿਲੋ ਵੋਲਟ ਦੀ ਆਪਾਂ ਵੋਲਟੇਜ 'ਤੇ ਇਹਨੂੰ ਯੂਜ਼ ਕਰਨਾ ਸਰਕਟ ਬ੍ਰੇਕਰ ਨੂੰ ਦੈਨ ਇਟ ਰਿਕੁਆਇਰਸ 8 to 10,000 8 ਤੋਂ 10,000 kg ਆਫ ਆਇਲ ਜਿਹੜਾ ਇਹਨੂੰ ਚਾਹੀਦਾ ਹੈਗਾ। ਐਂਡ ਇਫ ਦੇਅਰ ਆਊਟਪੁੱਟ ਰੇਟਿੰਗ ਇਜ਼ 220 ਕਿਲੋ ਵੋਲਟ, ਜੇ 220 ਕਿਲੋ ਵੋਲਟ ਆ ਦੇਖੋ ਦੈਨ ਬ੍ਰੇਕਰ ਨੀਡ 50,000 kg ਆਫ ਆਇਲ। ਮਤਲਬ ਜੇ 110 ਆ ਤਾਂ 10,000 ਚਾਹੀਦਾ ਲੀਟਰ ਕਿਲੋ ਤੇਲ, ਮਤਲਬ ਜਿਹੜਾ ਆਇਲ ਆਪਾਂ ਯੂਜ਼ ਕਰਨਾ। ਅਗਰ ਕਹਿੰਦੇ ਇਹੀ ਵੋਲਟੇਜ ਡਬਲ ਹੋ ਜਾਂਦੇ 220 ਤਾਂ ਆਇਲ ਜਿਹੜਾ ਦੇਖੋ 5 ਟਾਈਮਸ ਜ਼ਿਆਦਾ ਹੋ ਜਾਂਦਾ, ਕਿੰਨਾ 50,000, ਮਤਲਬ 10 ਤੋਂ ਸਿੱਧੇ 50,000 ਲੀਟਰ ਆਪਾਂ ਨੂੰ ਤੇਲ। ਹੁਣ ਇੰਨੇ 1000 kg ਆਇਲ ਜਿਹੜਾ ਆਪਾਂ ਯੂਜ਼ ਕਰਦੇ ਹੈਗੇ ਆ, ਇਸੇ ਕਰਕੇ ਹੀ ਇਹਨੂੰ ਜਿਹੜਾ ਆਪਾਂ ਬਲਕ ਆਇਲ ਸਰਕਟ ਬ੍ਰੇਕਰ ਕਹਿੰਦੇ ਆ। ਹੁਣ ਕੀ ਆ ਦੇਖੋ ਇਹਦਾ ਜੋ ਕੰਸਟਰਕਸ਼ਨ ਕਹਿ ਸਕਦੇ ਹਾਂ, ਸਲਾਈਡ ਦੇ ਵਿੱਚ ਦੇਖੋ ਤੁਸੀਂ ਰਾਈਟ ਸਾਈਡ 'ਤੇ ਇੱਕ ਡਾਇਗਰਾਮ ਬਣੀ ਆ। ਇਹਦਾ ਜਿਹੜਾ ਉੱਪਰਲੇ ਪਾਸੇ ਟੌਪ ਤੋਂ ਦੇਖੋ ਸਭ ਤੋਂ ਟੌਪ 'ਤੇ ਕੰਡਕਟਰਸ ਸ਼ੋ ਕੀਤੇ ਆ। ਦੇਖੋ ਲੈਫਟ ਸਾਈਡ ਵਾਲਾ ਕੰਡਕਟਰ ਦੇਖੋ ਥੱਲੇ ਜਾ ਰਿਹਾ, ਥੱਲੇ ਪਾਸੇ ਦੇਖੋ ਇੱਕ ਮੂਵਿੰਗ ਕੰਟੈਕਟ ਲਿਖਿਆ ਹੋਇਆ ਥੱਲੇ ਪਾਸੇ
ਬਿਲਕੁਲ ਥੱਲੇ ਪਾਸੇ ਦੇਖੋ ਇੱਕ ਕੰਟੈਕਟ ਨੂੰ ਦੂਜੇ ਕੰਟੈਕਟ ਨਾਲ ਜੋੜ ਦੀ ਇੱਕ ਸਲੋਟ ਹੈਗੀ ਆ, ਇਹਨੂੰ ਆਪਾਂ ਮੂਵਿੰਗ ਕੰਟੈਕਟ ਕਹਿੰਦੇ ਆ। ਤੇ ਇਹ ਉੱਪਰਲੇ ਪਾਸੇ ਦੇਖੋ ਬਿਲਕੁਲ ਸਟਾਪ ਤੇ ਸੈਂਟਰ ਵਿੱਚ ਬਲੈਕ ਜਿਹੜਾ ਪੋਰਸ਼ਨ ਆ, ਇੱਥੋਂ ਇਹ ਕੰਟਰੋਲ ਹੁੰਦਾ ਮੂਵਿੰਗ ਕੰਟੈਕਟ ਦਾ, ਅਪ ਐਂਡ ਡਾਊਨ ਹੁੰਦਾ ਹੈਗਾ ਇਸ ਪਰਟੀਕੂਲਰ ਪੁਆਇੰਟ ਤੋਂ। ਤੇ ਇਹ ਫਰਦਰ ਪੁਆਇੰਟ ਜਿਹੜਾ ਆ ਇਹ ਸਾਡੇ ਮਕੈਨੀਕਲ ਸਿਸਟਮ ਮੀਨਸ ਜਿੱਥੇ ਆਪਾਂ ਰਿਲੇਜ਼ ਵਗੈਰਾ ਲਗਾਈਆਂ, ਜਿੱਥੋਂ ਇਹਨੂੰ ਸਿਗਨਲ ਮਿਲਣਾ ਹੈਗਾ ਆਪਰੇਟ ਹੋਣ ਲਈ, ਉਹਦੇ ਨਾਲ ਅਟੈਚ ਹੁੰਦਾ ਹੈਗਾ ਮਕੈਨੀਕਲੀ। ਠੀਕ ਹੈ, ਹੁਣ ਦੂਜੇ ਪਾਸੇ ਦੇਖੋ ਡਾਈ ਇਲੈਕਟ੍ਰਿਕ ਆਇਲ ਮੀਨਸ ਜਿਹੜਾ ਬਲੂ ਕਲਰ ਦਾ ਵਿੱਚ ਸਾਰਾ ਭਰਿਆ ਹੋਇਆ ਹੈ, ਉਹ ਹੈ ਇਸ ਟੈਂਕ ਦੇ ਵਿੱਚ ਆਇਲ ਭਰਿਆ ਹੋਇਆ ਡਾਈ ਇਲੈਕਟ੍ਰਿਕ ਆਇਲ। ਤੇ ਹੁਣ ਆਓ ਬਿਲਕੁਲ ਡਾਇਗਰਾਮ ਦੇ ਸੱਜੇ ਪਾਸੇ ਸਭ ਤੋਂ ਉੱਪਰ ਲਿਖਿਆ ਬੁਸ਼ਿੰਗ ਮੀਨਸ ਜਿਹੜੇ ਰੈੱਡ ਤਿੰਨ ਲੱਗੇ ਹੋਏ ਦੋਨੇ ਪਾਸੇ, ਇਹ ਬੁਸ਼ ਹੈ ਤਾਂ ਕਿ ਆਪਾਂ ਟੈਂਕ ਤੋਂ ਜਿਹੜਾ ਸਾਡਾ ਕੰਡਕਟਰ ਹੈ ਉਹਨੂੰ ਆਈਸੋਲੇਟ ਕਰ ਸਕੀਏ। ਇਹ ਬੁਸ਼ ਲੱਗੇ ਹੁੰਦੇ ਆ ਕਨੈਕਸ਼ਨ ਕਰਨ ਲਈ। ਉਸ ਤੋਂ ਬਾਅਦ ਆ ਗਿਆ ਥੱਲੜੇ ਪਾਸੇ ਦੇਖੋ ਫਿਕਸਡ ਕੰਟੈਕਟ। ਹੁਣ ਦੋਨੇ ਪਾਸੇ ਜਿਹੜੀਆਂ ਰੋਡਸ ਜਾ ਰਹੀਆਂ ਉਹਦੇ ਵਿੱਚੋਂ ਇੱਕ ਪਾਸੋਂ ਕਰੰਟ ਆ ਰਿਹਾ, ਦੂਜੇ ਪਾਸੋਂ ਕਰੰਟ ਜਾ ਰਿਹਾ, ਬਟ ਕਿਹਦੇ ਥਰੂ ਜਾ ਰਿਹਾ, ਥੱਲੜੇ ਪਾਸੋਂ ਜਿਹੜਾ ਮੂਵਿੰਗ ਕੰਟੈਕਟ ਲੱਗਾ ਹੋਇਆ। ਹੁਣ ਅਗਰ ਆਪਾਂ ਮੂਵਿੰਗ ਕੰਟੈਕਟ ਥੱਲੇ ਨੂੰ ਕਰ ਦਈਏ ਤਾਂ ਜਿਹੜਾ ਸਾਡਾ ਫਿਕਸਡ ਕੰਟੈਕਟ ਹੈ ਇਹਦੇ ਦੋ ਪੋਰਸ਼ਨ ਹੋ ਗਏ, ਇੱਕ ਸੱਜੇ ਪਾਸੇ ਨੂੰ ਹੋ ਗਿਆ, ਖੱਬੇ ਪਾਸੇ ਨੂੰ ਹੋ ਗਿਆ, ਇੱਕ ਸੱਜੇ ਪਾਸੇ ਹੋ ਗਿਆ। ਤੇ ਦੋਨੇ ਪੋਰਸ਼ਨ ਜਿਹੜੇ ਆਪਸ ਵਿੱਚ ਜਦੋਂ ਜੁੜੇ ਇੱਕ ਸਰਕਲ ਕੰਪਲੀਟ ਕਰਨ ਲਈ ਉਹ ਹੈ ਮੂਵਿੰਗ ਕੰਟੈਕਟ ਥੱਲੜੇ ਪਾਸੇ। ਤੇ ਉਸ ਤੋਂ ਬਾਅਦ ਦੇਖੋ ਬਲੈਕ ਜਿਹੜੇ 4 ਸਕੁਏਅਰ ਬਣੇ ਆ, ਉਹਦੇ ਸੈਂਟਰ ਵਿੱਚ ਰੈੱਡ ਜਿਹੜੀ ਲਾਈਨ ਬਣੀ ਹੋਈ ਹੈ ਦੈਟ ਇਜ਼ ਆਰਕ ਆਪਾਂ ਡਿਸਕਸ ਕਰ ਗਏ ਹਾਂ ਕਿ ਜਦੋਂ ਸਾਡਾ ਸਰਕਟ ਬ੍ਰੇਕਰ ਜਿਹੜਾ ਹੈ ਉਹ ਟ੍ਰਿਪ ਕਰਦਾ ਤਾਂ ਕੰਟੈਕਟਸ ਦੇ ਵਿੱਚ ਆਰਕ ਜਨਰੇਟ ਹੁੰਦੀ ਹੈ। ਦੈਟ ਆਰਕ ਇਜ਼ ਸ਼ੋਨ ਇਨ ਦਿਸ ਡਾਇਗਰਾਮ ਰੈੱਡ ਕਲਰ 'ਚ। ਜਿਹੜੀ ਰੈੱਡ ਕਲਰ 'ਚ ਡਾਇਗਰਾਮ ਦੇ ਵਿੱਚ ਸ਼ੋਅ ਕਰਦੀ ਲਾਈਨ ਇਹ ਆਰਕ ਦੋਨੇ ਕੰਟੈਕਟਸ ਦੇ ਵਿੱਚ ਬਣੀ ਹੋਈ ਆ। ਤੇ ਆਊਟਰ ਸਰਫੇਸ ਜਿਹੜੀ ਆ ਸਿਲੰਡਰੀਕਲ ਜਾਂ ਪੋਰਸ਼ਨ ਦਿਖਦਾ ਪਿਆ ਦੈਟ ਇਜ਼ ਕਾਲਡ ਟੈਂਕ। ਇਹਨੂੰ ਆਪਾਂ ਟੈਂਕ ਕਵਾਂਗੇ। ਮਤਲਬ ਕੰਪਲੀਟ ਡਾਇਗਰਾਮ ਕਹਿ ਲਓ ਬਲੌਕ ਡਾਇਗਰਾਮ ਹੈਗੀ ਆ ਇੱਕ ਸਿੰਪਲ ਸਰਕਟ ਬ੍ਰੇਕਰ ਦੀ, ਕਿਹੜਾ ਬਲਕ ਆਇਲ ਸਰਕਟ ਬ੍ਰੇਕਰ। ਠੀਕ ਹੈ, ਹੁਣ ਆਪਾਂ ਪੜ੍ਹਦੇ ਕਹਿੰਦਾ ਦੇਖੋ ਟੌਪ ਤੋਂ ਸ਼ੁਰੂ ਕਰੋ, ਹੌਲੀ ਮੈਂ ਪੜ੍ਹਾਂਗਾ, ਤੁਸੀਂ ਨਾਲ ਉਹਦੇ 'ਤੇ ਨਿਗਾਹ ਰੱਖ ਕੇ ਦੇਖੋ। ਅਗਰ ਤੁਹਾਨੂੰ ਇਹਦੇ ਵਿੱਚ ਕੋਈ ਕੁਐਸਚਨ ਕੋਈ ਚੀਜ਼ ਨਹੀਂ ਸਮਝ ਲੱਗਦੀ, ਨਹੀਂ ਪਤਾ ਲੱਗਦਾ ਤਾਂ ਮੇਰੇ ਨੰਬਰ 'ਤੇ ਕਾਲ ਕਰਕੇ ਤੁਸੀਂ ਮੈਨੂੰ ਪੁੱਛ ਸਕਦੇ ਹੋ ਜਦੋਂ ਮਰਜ਼ੀ। ਕਹਿੰਦਾ ਇਨ ਬਲਕ ਆਇਲ ਸਰਕਟ ਬ੍ਰੇਕਰ ਆਇਲ ਪਰਫਾਰਮ ਮੇਨਲੀ 2 ਫੰਕਸ਼ਨਸ। ਹੁਣ ਜਿਹੜਾ ਬਲਕ ਆਇਲ ਸਰਕਟ ਬ੍ਰੇਕਰ ਆਇਲ ਜਿਹੜਾ ਹੁਣ ਪਰਟੀਕੂਲਰ ਆਇਲ ਜਿਹੜਾ ਆਪਾਂ ਵਿੱਚ ਪਾਇਆ ਉਹ ਕਹਿੰਦਾ 2 ਫੰਕਸ਼ਨ ਕਰਦਾ। ਕਿਹੜੇ? ਫਸਟਲੀ ਇਟ ਐਕਟਸ ਐਜ਼ ਐਨ ਆਰਕ ਐਕਸਟਿੰਗੁਇਸ਼ਿੰਗ ਮੀਡੀਅਮ। ਪਹਿਲਾਂ ਤਾਂ ਇੱਕ ਆਰਕ ਐਕਸਟਿੰਕਸ਼ਨ ਮਤਲਬ ਜਿਹੜੀ ਆਰਕ ਇੰਡਿਊਸ ਹੁੰਦੀ ਆ ਉਹਨੂੰ ਖਤਮ ਕਰਨ ਲਈ, ਕੁਇੰਚ ਕਰਨ ਲਈ, ਠੰਡਾ ਕਰਨ ਲਈ ਆਪਾਂ ਜਿਹੜਾ ਯੂਜ਼ ਕਰਦੇ ਹਾਂ ਇਹਦੇ ਵਿੱਚ ਕੀ ਕਰਦੇ ਹਾਂ ਆਇਲ। ਇਹਦਾ ਇੱਕ ਫੰਕਸ਼ਨ ਤਾਂ ਇਹ ਹੈ। ਐਂਡ ਸੈਕੰਡਲੀ ਇਟ ਇੰਸੂਲੇਟਸ ਦਾ ਲਾਈਵ ਪਾਰਟਸ ਆਫ ਬ੍ਰੇਕਰ ਫਰੋਮ ਅਰਥ। ਹੁਣ ਕਹਿੰਦਾ ਇਹ ਇੰਸੂਲੇਟ ਕਰਦਾ। ਦੇਖੋ ਜਿਹੜੇ ਵੋਲਟੇਜ ਆ ਦੇਖੋ 11 kV ਆਪਾਂ ਮਿਨੀਮਮ ਵੀ ਲਈਏ ਤਾਂ 11,000 ਵੋਲਟ ਇਸ ਟੈਂਕ ਦੇ ਵਿੱਚ ਆਪਾਂ ਲੈ ਕੇ ਜਾਣੀ ਆ। ਫਿਰ ਇਸ ਵੋਲਟੇਜ ਨੂੰ ਫਰਦਰ ਆਪਾਂ ਸ਼ਿਫਟ ਕਰਵਾਉਣਾ। ਉਹਦੇ ਲਈ ਕਹਿੰਦਾ ਕਿਉਂਕਿ ਇੰਨੀ ਹੈਵੀ ਵੋਲਟੇਜ ਹੈਗੀ ਆ ਇਸ ਕਰਕੇ ਟੈਂਕ ਨੂੰ ਆਪਾਂ 0 ਪੋਟੈਂਸ਼ੀਅਲ 'ਤੇ ਰੱਖਿਆ ਹੋਇਆ। ਅਤੇ ਦੋਨਾਂ ਦੇ ਵਿੱਚ ਇੰਸੂਲੇਟ ਪ੍ਰੋਵਾਈਡ ਕਰਨ ਲਈ ਕਹਿੰਦਾ ਦੂਜਾ ਜਿਹੜਾ ਇਹਦਾ ਫੰਕਸ਼ਨ ਕੀ ਆ ਆਇਲ ਦਾ ਇੰਸੂਲੇਸ਼ਨ ਪ੍ਰੋਵਾਈਡ ਕਰਨੀ। ਕਿਹੜੀ? ਲਾਈਵ ਕੰਟੈਕਟਸ ਅਤੇ ਅਰਥ ਜਿਹੜੇ ਪਾਰਟੀਕੂਲਰਸ ਹੈਗੇ ਆ ਜਿੱਦਾਂ ਟੈਂਕ ਵਗੈਰਾ ਅਰਥ ਕੀਤਾ, ਇਹਨੂੰ ਆਪਾਂ ਜਿਹੜੀ ਇੰਸੂਲੇਸ਼ਨ ਪ੍ਰੋਵਾਈਡ ਕਰਵਾਉਣੀ ਹੈਗੀ ਆ ਲਾਈਵ ਕੰਟੈਕਟਸ ਤੋਂ, ਉਹ ਕੰਮ ਜਿਹੜਾ ਸਾਡਾ ਸੈਕੰਡ ਫੰਕਸ਼ਨ ਜਿਹੜਾ ਆਇਲ ਦਾ ਉਹ ਇਹ ਹੈ। ਤੀਜੀ ਲਾਈਨ ਦੇਖੋ ਦ ਕੁਆਂਟਿਟੀ ਆਫ ਆਇਲ ਰਿਕੁਆਇਰਸ ਫॉर ਆਰਕ ਐਕਸਟੈਂਸ਼ਨ ਇਜ਼ ਓਨਲੀ ਅਬਾਊਟ 1/10 ਆਫ ਟੋਟਲ। ਮਤਲਬ ਜਿਹਦੀ ਆਰਕ ਕੁਇੰਚ ਕਰਨ ਲਈ ਜਿਹੜਾ ਸਾਨੂੰ ਆਇਲ ਚਾਹੀਦਾ ਹੈਗਾ ਇਹਨਾਂ ਬਲਕ ਆਇਲ ਸਰਕਟ ਦੇ ਵਿੱਚ ਇਹ ਸਿਰਫ 1/10 ਆ। ਮਤਲਬ ਜੇਕਰ ਆਪਾਂ 10,000 ਜਿਹੜਾ ਆ 10,000 ਜਿਹੜਾ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚੋਂ ਸਿਰਫ ਜਿਹੜਾ ਆ 100 ਜਿਹੜਾ ਆ ਸੌਰੀ ਜਿਹੜਾ 1000 ਹੈਗਾ 1000 ਲੀਟਰ ਜਿਹੜਾ ਸਿਰ ਤੇਲ ਆ ਉਹ ਆਪਾਂ ਆਰਕ ਕੁਇੰਚਿੰਗ ਲਈ ਯੂਜ਼ ਕਰਦੇ ਹਾਂ। ਬਾਕੀ ਦੇ ਸਾਰੇ ਦਾ ਸਾਰਾ ਆਇਲ ਜਿਹੜਾ ਉਹ ਕਾਹਦੇ ਲਈ ਯੂਜ਼ ਕੀਤਾ ਜਾਂਦਾ? ਇੰਸੂਲੇਸ਼ਨ, ਸਿਰਫ ਟੈਂਕ ਨੂੰ ਇੰਸੂਲੇਸ਼ਨ ਪ੍ਰੋਵਾਈਡ ਕਰਨ ਲਈ। ਬਾਕੀ ਦਾ 9,000 ਜਿਹੜਾ ਲੀਟਰ ਮੰਨ ਲਓ ਜੇ 110 ਵੋਲਟ ਦਾ ਆਪਾਂ ਸਰਕਟ ਬ੍ਰੇਕਰ ਲੈਂਦੇ ਹਾਂ ਤਾਂ ਸਾਨੂੰ ਮਿਨੀਮਮ 10,000 ਮਤਲਬ ਆਇਲ ਜੇ ਚਾਹੀਦਾ ਤਾਂ ਉਹਦੇ ਵਿੱਚੋਂ 1,000 ਆਇਲ ਜਿਹੜਾ ਆ ਲੀਟਰ ਆਇਲ ਜਿਹੜਾ ਆ ਉਹ ਸਿਰਫ ਸਰਕਟ ਬ੍ਰੇਕਰ ਲਈ ਚਾਹੀਦਾ ਆਰਕ ਕੁਇੰਚਿੰਗ ਲਈ। ਬਾਕੀ ਦਾ 9,000 ਲੀਟਰ ਜਿਹੜਾ ਤੇਲ ਆ ਉਹ ਇੰਸੂਲੇਸ਼ਨ ਪ੍ਰੋਵਾਈਡ ਕਰਨ ਲਈ ਚਾਹੀਦਾ। ਦੇਖੋ ਇੰਨਾ ਹੈਵੀ ਤੇਲ ਜਿਹੜਾ ਸਿਰ ਇੰਸੂਲੇਸ਼ਨ ਪ੍ਰੋਵਾਈਡ ਕਰਨ ਲਈ ਚਾਹੀਦਾ ਹੈਗਾ। ਕਹਿੰਦਾ ਦੀਜ਼ ਲਾਰਜ ਕੁਆਂਟੀਟੀਜ਼ ਆਫ ਆਇਲ ਆਰ ਸਬਜੈਕਟ ਟੂ ਦਾ ਕਾਰਬੋਨਾਈਜੇਸ਼ਨ and sludging etc which occurs due to arc interruption and other causes reducing the insulating properties and requires regular maintenance। ਹੁਣ ਕਹਿੰਦਾ ਕਿ ਜਿਹੜਾ ਇੰਨਾ ਵੱਡਾ ਆਇਲ ਆ ਇੰਨਾ ਜ਼ਿਆਦਾ ਆਇਲ ਆ ਜਦੋਂ ਬਾਰ-ਬਾਰ ਆਇਓਨਾਈਜੇਸ਼ਨ ਹੋਣੀ ਹੈਗੀ ਆਰਕ ਦੇ ਵਿੱਚ ਤਾਂ ਉਹ ਕਾਰਬੋਨਾਈਜੇਸ਼ਨ ਜਿਹੜੀ ਹੁੰਦੀ ਆ ਉਹਦੇ ਕਰਕੇ ਪਲੱਸ ਸਲਜਿੰਗ ਡਿਊ ਟੂ ਕਾਰਬਨ ਆਇਓਨਾਈਜੇਸ਼ਨ ਜਿਹੜੀ ਸਾਡੀ ਜਿਹੜਾ ਆਇਲ ਆ ਉਹ ਗਾੜਾ ਹੋ ਜਾਂਦਾ ਹੈ। ਮਤਲਬ ਮੀਨਸ ਉਹਦੀ ਇੰਪਿਊਰਿਟੀਜ਼ ਉਹ 'ਚ ਐਡ ਹੋਣੀਆਂ ਸ਼ੁਰੂ ਹੋ ਜਾਂਦੀਆਂ ਹੈਗੀਆਂ। ਇਸ ਕਰਕੇ ਕਹਿੰਦਾ ਜਿਹੜਾ ਇਹ
मतलब ऑयल हैगा ये सर्किट ब्रेकर हैगा ਇਹਦੀ ਪ੍ਰੋਪਰ ਸਾਨੂੰ ਮੇਨਟੇਨੈਂਸ ਕਰਨੀ ਪੈਂਦੀ ਕਿਉਂਕਿ ਬਾਰ-ਬਾਰ ਆਪਰੇਟ ਕਰਨ ਤੋਂ ਬਾਅਦ ਆਇਓਨੇਸ਼ਨ ਹੋਣ ਦੇ ਨਾਲ ਤੇ ਸਲਜਿੰਗ ਹੋਣਾ ਉਹਦੀ ਇਨਸੂਲੇਟਿੰਗ ਪ੍ਰੋਪਰਟੀ ਜਿਹੜੀ ਉਹ ਖਤਮ ਹੋ ਜਾਂਦੀ ਹੈ ਆਇਲ ਦੀ ਮਤਲਬ ਕਹਿਣ ਦਾ ਭਾਵ ਕਿ ਡਾਈਲੈਕਟ੍ਰਿਕ ਸਟਰੈਂਥ ਜਿਹੜੀ ਆਇਲ ਦੀ ਘਟ ਜਾਂਦੀ ਆ ਤਾਂ ਜਦੋਂ ਡਾਈਲੈਕਟ੍ਰਿਕ ਸਟਰੈਂਥ ਘਟ ਜਾਏਗੀ ਤਾਂ ਸਾਡਾ ਆਇਲ ਜਿਹੜਾ ਪ੍ਰੋਪਰ ਵਰਕ ਨਹੀਂ ਕਰੇਗਾ ਪ੍ਰੋਪਰ ਇਨਸੂਲੇਟਿੰਗ ਪ੍ਰੋਪਰਟੀਜ਼ ਪ੍ਰੋਵਾਈਡ ਨਹੀਂ ਕਰੇਗਾ ਇਸ ਕਰਕੇ ਕਹਿੰਦਾ ਇਹਦੀ ਮੇਨਟੇਨੈਂਸ ਜਿਹੜੀ ਆ ਸਾਨੂੰ ਚਾਹੀਦੀ ਹੈਗੀ ਆ ਤੀਜਾ ਪੈਰਾ ਲਾਸਟ ਦੇਖੋ ਕੀ ਕਹਿੰਦਾ ਬਲਕ ਆਇਲ ਸਰਕਟ ਬ੍ਰੇਕਰ ਨੀਡਸ ਏ ਲਾਰਜ ਟੈਂਕ ਵਿਚ ਇਨਕਰੀਜ਼ਿਜ਼ ਐਕਸਪੈਂਸਿਸ ਐਂਡ ਆਲਸੋ ਇਨਕਰੀਜ਼ਿਜ਼ ਦਾ ਵੇਟ ਆਫ ਸਰਕਟ ਬ੍ਰੇਕਰ ਹੁਣ ਕਹਿੰਦਾ ਕਿਉਂਕਿ ਆਇਲ ਬਹੁਤ ਮਹਿੰਗਾ ਹੁੰਦਾ ਹੈ ਜਿਹੜਾ ਆਇਲ ਟਰਾਂਸਫਾਰਮ ਆਇਲ ਹੁੰਦਾ ਬਹੁਤ ਮਹਿੰਗਾ ਹੁੰਦਾ ਕਹਿੰਦਾ ਹੁਣ 50,000 ਲੀਟਰ ਮੰਨ ਲਓ ਜੇ ਆਪਾਂ ਤੇਲ ਚਾਹੀਦਾ ਤਾਂ ਇੰਨਾ ਮਹਿੰਗਾ ਤੇਲ ਜਿਹੜਾ ਉਹ ਟੈਂਕ ਜਿਹੜਾ ਇੱਕ ਵੱਡਾ ਟੈਂਕ ਉਹ ਪਲੱਸ ਜਿਹੜਾ ਆਇਲ ਆ ਉਹਦੀ ਜਿਹੜੀ ਇਕੋਨਮੀ ਆ ਜਿਹੜੀ ਉਹਨੂੰ ਵਧਾ ਦਿੰਦਾ ਖਰਚਾ ਜਿਹੜਾ ਵਧਾ ਦਿੰਦਾ ਹੈਗਾ ਅਤੇ ਵੇਟ ਨੈਚੁਰਲ ਇੰਨਾ ਹੈਵੀ ਆਇਲ ਜਿਹੜਾ ਹੁਣ ਆਪਾਂ ਯੂਜ਼ ਕਰਨਾ ਉਹਦੇ ਲਈ ਇੰਨਾ ਭਾਰਾ ਟੈਂਕ ਯੂਜ਼ ਕਰਨਾ ਅਤੇ ਸਾਡੇ ਸਰਕਟ ਬ੍ਰੇਕਰ ਦਾ ਜਿਹੜਾ ਵੇਟ ਆ ਉਹ ਵੀ ਇਨਕਰੀਜ਼ ਹੋ ਜਾਂਦਾ ਹੈਗਾ ਕਹਿੰਦਾ ਬਿਕੋਜ਼ ਆਫ ਦਾ ਫੋਲੋਇੰਗ ਡਿਸਐਡਵਾਂਟੇਜਿਸ ਦਾ ਆਇਲ ਲੋ ਆਇਲ ਸਰਕਟ ਬ੍ਰੇਕਰ ਜਿਹਨੂੰ ਆਪਾਂ ਮਿਨੀਮਮ ਆਇਲ ਸਰਕਟ ਬ੍ਰੇਕਰ ਕਹਿੰਦੇ ਹਾਂ ਇਜ਼ ਡਿਵੈਲਪਡ ਵਿਚ ਯੂਜ਼ ਮਿਨੀਮਮ ਆਇਲ ਫॉर ਆਰਕ ਐਕਸਟੈਂਸ਼ਨ ਕਹਿੰਦਾ ਹੁਣ ਇਹ ਇੰਨੀ ਡਿਸਐਡਵਾਂਟੇਜ ਕਰਕੇ ਕੋਸਟਲੀ ਹੋਣ ਕਰਕੇ ਪਲੱਸ ਵੇਟ ਜ਼ਿਆਦਾ ਹੋਣ ਕਰਕੇ ਆਪਾਂ ਮਿਨੀਮਮ ਆਇਲ ਸਰਕਟ ਬ੍ਰੇਕਰ ਯੂਜ਼ ਕਰਦੇ ਹਾਂ ਤਾਂ ਉਹਦੇ ਵਿੱਚ ਮਿਨੀਮਮ ਆਇਲ ਜਿਹੜਾ ਯੂਜ਼ ਕੀਤਾ ਜਾਂਦਾ ਆਰਕ ਕੁਇੰਚਿੰਗ ਲਈ ਅਤੇ ਬਾਕੀ ਦਾ ਜਿਹੜਾ ਆਇਲ ਆ ਸਿਰਫ ਥੋੜ੍ਹਾ ਜਿਹਾ ਆਇਲ ਆ ਉਹ ਇਨਸੂਲੇਸ਼ਨ ਪ੍ਰੋਵਾਈਡ ਕਰਦਾ ਹੈਗਾ ਸਰਕਟ ਬ੍ਰੇਕਰ ਦੀ ਜਿਹੜਾ ਮਿਨੀਮਮ ਆਇਲ ਸਰਕਟ ਬ੍ਰੇਕਰ ਇਸ ਤਰ੍ਹਾਂ ਇਹ ਜਿਹੜੇ ਆ ਬਲਕ ਆਇਲ ਸਰਕਟ ਬ੍ਰੇਕਰ ਜਿਹੜੇ ਆ ਇਹਨਾਂ ਦਾ ਜੋ ਕੰਸਟਰਕਸ਼ਨ ਕਹਿ ਲਓ ਜਾਂ ਪ੍ਰਿੰਸੀਪਲ ਕਹਿ ਲਓ ਵੀ ਜੋ ਇਹਨਾਂ ਦੀ ਡਿਸਕ੍ਰਾਈਬਡ ਹੈਗੀ ਉਹ ਆਪਾਂ ਡਿਸਕਸ ਕੀਤੀ ਹੈਗੀ advantages and disadvantages of oil circuit breakers ਪਹਿਲਾਂ ਆਪਾਂ ਡਿਸਕਸ ਕਰਦੇ ਹਾਂ ਐਡਵਾਂਟੇਜਸ ਕੀ ਆ ਪਹਿਲੀ ਐਡਵਾਂਟੇਜ ਕਹਿੰਦਾ ਆਰਕ ਐਨਰਜੀ ਇਜ਼ ਅਬਜ਼ੌਰਬਡ ਇਨ ਡੀਕੰਪੋਜ਼ਿੰਗ ਆਫ ਆਇਲ ਮਤਲਬ ਆਇਲ ਦੀ ਡੀਕੰਪੋਜ਼ਿੰਗ ਮਤਲਬ ਜਦੋਂ ਆਰਕ ਕੰਡਿਊਸ ਹੁੰਦੀ ਆ ਉਹਦੀ ਕੁਛ ਐਨਰਜੀ ਜਿਹੜੀ ਆਰਕ ਦੀ ਤਾਂ ਆਇਲ ਨੂੰ ਡੀਕੰਪੋਜ਼ ਕਰਨ ਦੇ ਵਿੱਚ ਅਬਜ਼ੌਰਬ ਹੋ ਜਾਂਦੀ ਹੈ ਮਤਲਬ ਉਹਦੇ ਨਾਲ ਨੈਚੁਰਲ ਵੇ ਨਾਲ ਹੀ ਥੋੜ੍ਹੀ ਜਿਹੀ ਆਰਕ ਜਿਹੜੀ ਆ ਉਹ ਕੂਲ ਹੋ ਜਾਂਦੀ ਹੈ ਠੰਡੀ ਹੋ ਜਾਂਦੀ ਆ ਦੂਜੀ ਐਡਵਾਂਟੇਜ ਕਹਿੰਦਾ ਦਾ ਗੈਸ ਫਾਰਮਡ ਵਿਚ ਇਜ਼ ਮੇਨਲੀ ਹਾਈਡਰੋਜਨ ਹੁਣ ਜਿਹੜੀ ਹਾਈਡਰੋਜਨ ਗੈਸ ਹੈ ਜਿਹੜੀ ਫਾਰਮ ਹੁੰਦੀ ਹੈ ਜਦੋਂ ਆਪਾਂ ਆਰਕ ਜਨਰੇਟ ਹੁੰਦੀ ਆ ਇਹ ਕੀ ਆ ਹੈਜ਼ ਹਾਈ ਡਿਫਿਊਜ਼ਨ ਰੇਟ ਐਂਡ ਹਾਈ ਹੀਟ ਅਬਜ਼ੌਰਪਸ਼ਨ ਇਨ ਚੇਂਜਿੰਗ ਫਰੋਮ ਡਾਇਆਟੋਮਿਕ ਟੂ ਮੋਨੋਆਟੋਮਿਕ ਡਾਇਆਟੋਮਿਕ ਸਟੇਜ ਤੋਂ ਜਦੋਂ ਮੋਨੋਆਟੋਮਿਕ ਸਟੇਜ ਜਿਹੜੀ ਸਾਡੀ ਹਾਈਡਰੋਜਨ ਕਨਵਰਟ ਹੁੰਦੀ ਆ ਤਾਂ ਉਹ ਜਿਹੜੀ ਆ ਉਹ ਹੀਟ ਅਬਜ਼ੌਰਬ ਕਰਦੀ ਹੈਗੀ ਆ ਅਤੇ ਇਸ ਕਰਕੇ ਜਿਹੜੀ ਹਾਈਡਰੋਜਨ ਗੈਸ ਆਪਣੇ ਆਪ 'ਚ ਇੱਕ ਇਨਸੂਲੇਟਿੰਗ ਪ੍ਰੋਪਰਟੀ ਜਿਹੜੀ ਆ ਸਾਡੀ ਪ੍ਰੋਵਾਈਡ ਕਰ ਦਿੰਦੀ ਹੈਗੀ ਆ ਅਤੇ ਉਹਦੇ ਨਾਲ ਨੈਚੁਰਲ ਵੇ ਨਾਲ ਆਰਕ ਜਿਹੜੀ ਆ ਥੋੜ੍ਹੀ ਉਹ ਕੂਲ ਹੋਣੀ ਸ਼ੁਰੂ ਹੋ ਜਾਂਦੀ ਆ ਤੀਜਾ ਕਹਿੰਦਾ ਹੈਗਾ ਦਾ ਆਇਲ ਹੈਜ਼ ਹਾਈ ਡਾਈਲੈਕਟ੍ਰਿਕ ਸਟਰੈਂਥ ਐਂਡ ਪ੍ਰੋਵਾਈਡਸ ਇਨਸੂਲੇਸ਼ਨ ਬਿਟਵੀਨ ਦਾ ਕੰਟੈਕਟਸ ਆਫਟਰ ਦਾ ਆਰਕ ਹੈਜ਼ ਬੀਨ ਫਾਈਨਲੀ ਐਕਸਟਿੰਗੁਇਸ਼ਡ ਹੁਣ ਜਦੋਂ ਫਾਈਨਲੀ ਆਰਕ ਜਿਹੜੀ ਖਤਮ ਹੁੰਦੀ ਆ ਅਤੇ ਨੈਚੁਰਲ ਵੇ ਨਾਲ ਜਿਹੜਾ ਆਇਲ ਉਸ ਆਰਕ ਪੋਰਸ਼ਨ ਦੇ ਅੰਦਰ ਜਾਂਦਾ ਹੈਗਾ ਉਹ ਕਹਿੰਦਾ ਆਟੋਮੈਟਿਕਲੀ ਜਿਹੜੀ ਆ ਵਧੀਆ ਇਨਸੂਲੇਸ਼ਨ ਜਿਹੜੀ ਉਹ ਪ੍ਰੋਵਾਈਡ ਕਰ ਦਿੰਦਾ ਕਿਉਂਕਿ ਜਿਹੜੀ ਆਇਲ ਦੀ ਡਾਈਲੈਕਟ੍ਰਿਕ ਸਟਰੈਂਥ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਐਂਡ ਦੇਅਰ ਹੈਜ਼ ਬੀਨ ਟਾਈਮ ਫॉर ਦਾ ਆਇਲ ਟੂ ਫਲੋ ਇਨਟੂ ਦਾ ਗੈਪ ਬਿਟਵੀਨ ਦਾ ਕੰਟੈਕਟਸ ਅਤੇ ਜਦੋਂ ਆਇਲ ਆਰਕ ਖਤਮ ਹੋ ਜਾਂਦੀ ਤਾਂ ਉਦੋਂ ਆਇਲ ਜਿਹੜਾ ਆਰਾਮ ਨਾਲ ਕਿਉਂਕਿ ਫਲੂਇਡ ਆ ਆਰਾਮ ਨਾਲ ਸਾਡੇ ਜਿਹੜੇ ਕੰਟੈਕਟਸ ਆ ਉਹਨਾਂ ਦੇ ਇਨ ਬਿਟਵੀਨ ਜਿਹੜਾ ਓਪਨ ਕੰਟੈਕਟਸ ਜਿਹੜੇ ਉਹਨਾਂ ਦੇ ਇਨ ਬਿਟਵੀਨ ਆ ਜਾਂਦਾ ਇਸ ਤਰ੍ਹਾਂ ਇਹ ਇਨਸੂਲੇਟਿੰਗ ਜਿਹੜੀ ਪ੍ਰੋਪਰਟੀ ਆ ਪ੍ਰੋਵਾਈਡ ਕਰਦਾ ਕੰਟੈਕਟ ਟੂ ਕੰਟੈਕਟ ਫਿਕਸ ਕੰਟੈਕਟ ਟੂ ਮੂਵਿੰਗ ਕੰਟੈਕਟ ਦੇ ਵਿੱਚ ਜਿਹੜਾ ਗੈਪ ਬਣ ਜਾਂਦਾ ਜਦੋਂ ਉਹ 'ਚ ਆਇਲ ਫਿਲ ਹੋ ਜਾਂਦਾ ਤਾਂ ਉਹ ਇੱਕ ਵਧੀਆ ਇਨਸੂਲੇਟਿੰਗ ਪ੍ਰੋਪਰਟੀ ਜਿਹੜੀ ਉਹ ਪ੍ਰੋਵਾਈਡ ਕਰ ਦਿੰਦਾ ਹੈਗਾ ਚੌਥੀ ਐਡਵਾਂਟੇਜ ਕਹਿੰਦਾ ਕੂਲਿੰਗ ਆਇਲ ਪ੍ਰੈਜੈਂਟਸ ਦਾ ਕੂਲਿੰਗ ਸਰਫੇਸ ਇਨ ਕਲੋਜ਼ ਪ੍ਰੋਕਸੀਮਾਈਟੀ ਆਫ ਟੂ ਦਾ ਆਰਕ ਜਿਹੜੀ ਮਤਲਬ ਆਰਕ ਦਾ ਆਲਾ ਦੁਆਲਾ ਏਰੀਆ ਆ ਉਹਨੂੰ ਵਧੀਆ ਕੂਲਿੰਗ ਸਰਫੇਸ ਦਿੰਦਾ ਹੈਗਾ ਜਿਹੜਾ ਆਇਲ ਹੈਗਾ ਕੂਲਿੰਗ ਆਇਲ ਜਿਹੜਾ ਠੰਡਾ ਆਇਲ ਆ ਉਹ ਆਲੇ ਦੁਆਲੇ ਦੇ ਪੋਰਸ਼ਨ ਨੂੰ ਠੰਡਾ ਰੱਖਦਾ ਹੈਗਾ ਤਾਂ ਕਹਿੰਦਾ ਆਇਲ ਯੂਜ਼ਡ ਸੱਚ ਐਜ਼ ਟਰਾਂਸਫਾਰਮਰ ਆਇਲ ਇਜ਼ ਵੈਰੀ ਗੁੱਡ ਇਨਸੂਲੇਟਰ ਹੁਣ ਇਹ ਬਹੁਤ ਵਧੀਆ ਗੁੱਡ ਇਨਸੂਲੇਟਰ ਹੈਗਾ ਆ ਤੁਹਾਨੂੰ ਆਪਾਂ ਪਹਿਲਾਂ ਵੀ ਡਿਸਕਸ ਕੀਤਾ ਜਿਹੜਾ ਆਇਲ ਆ ਉਹ ਵਧੀਆ ਇਨਸੂਲੇਟਰ ਹੈਗਾ ਮੀਨਸ ਉਹਦੀ ਡਾਈਲੈਕਟ੍ਰਿਕ ਸਟਰੈਂਥ ਜਿਹੜੀ ਜ਼ਿਆਦਾ ਹੁੰਦੀ ਆ ਐਂਡ ਅਲਾਇਜ਼ ਸਮਾਲਰ ਕਲੀਅਰੈਂਸ ਬਿਟਵੀਨ ਦਾ ਲਾਈਵ ਕੰਡਕਟਰ ਐਂਡ ਅਰਥ ਕੰਪੋਨੈਂਟਸ ਹੁਣ ਇਸ ਕਰਕੇ ਕਹਿੰਦਾ ਸਾਨੂੰ ਕਿਉਂਕਿ ਗੁੱਡ ਇਨਸੂਲੇਟਿੰਗ ਪ੍ਰੋਪਰਟੀ ਪ੍ਰੋਵਾਈਡ ਕਰਦਾ ਇਸ ਕਰਕੇ ਸਾਨੂੰ ਕਹਿੰਦਾ ਥੋੜ੍ਹੀ ਕਲੀਅਰੈਂਸ ਦੇਣੀ ਪੈਂਦੀ ਹੈਗੀ ਆ ਲਾਈਵ ਕੰਟੈਕਟਸ ਦੇ ਵਿੱਚ ਜਿਹੜੇ ਲਾਈਵ ਕੰਡਕਟਰ ਆਪਣੇ ਜਿਹੜੇ ਹੈਗੇ ਆ ਤਾਂ ਪਲੱਸ ਜਿਹੜਾ ਅਰਥ ਪੁਆਇੰਟ ਹੈਗਾ ਉਹ ਤੋਂ ਥੋੜ੍ਹੀ ਕਲੀਅਰੈਂਸ ਨਾਲ ਵੀ ਚੱਲ ਜਾਂਦਾ ਕਿਉਂਕਿ ਗੱਬੇ ਇਨ ਬਿਟਵੀਨ ਆਇਲ ਫਿਲ ਕੀਤਾ ਹੋਇਆ 5 ਐਡਵਾਂਟੇਜ ਤੋਂ ਬਾਅਦ ਦੇਖੋ 3 ਡਿਸਐਡਵਾਂਟੇਜ ਵੀ ਹੈਗੀਆਂ ਪਹਿਲੀ ਡਿਸਐਡਵਾਂਟੇਜ ਕੀ ਆ ਇੱਕ ਨੰਬਰ 'ਤੇ ਦੇਖੋ ਆਇਲ ਮੇ ਵੀ ਫਲੇਮੇਬਲ ਐਂਡ ਕੈਨ ਕਾਜ਼ ਦਾ ਹੈਜ਼ਰਡ ਫਾਇਰ ਹੈਜ਼ਰਡਸ ਕਹਿੰਦਾ ਆਇਲ ਜਿਹੜਾ ਕਿਉਂਕਿ ਉਹਨੂੰ ਅੱਗ ਲੱਗਣ ਦਾ ਖਤਰਾ ਹੁੰਦਾ ਇਸ ਕਰਕੇ ਸਾਨੂੰ ਕਿਸੇ ਵੇਲੇ ਵੀ ਆਇਲ ਦੇ ਨਾਲ ਜਿਹੜਾ ਸਰਕਟ ਬ੍ਰੇਕਰ ਰਿਸਕੀ ਆ ਵੀ ਅੱਗ ਲੱਗ ਸਕਦੀ ਹੈਗੀ ਆ ਕਹਿੰਦਾ ਇਫ ਏ ਡਿਫੈਕਟਿਵ ਆਇਲ ਸਰਕਟ ਬ੍ਰੇਕ ਸ਼ੁੱਡ ਫੇਲ
ਅੰਡਰ ਪ੍ਰੈਸ਼ਰ ਐਂਡ ਕਾਜ਼ ਐਨ ਐਕਸਪਲੋਜਨ। ਹੁਣ ਕਹਿੰਦਾ ਅਗਰ ਕੋਈ ਡਿਫੈਕਟਿਵ ਆ ਆਇਲ ਸਰਕਲ ਬ੍ਰੇਕਰ ਮੀਨਸ ਉਹਦਾ ਆਇਲ ਦੀ ਪ੍ਰੋਪਰਟੀ ਵਧੀਆ ਨਹੀਂ ਆ, ਜਾਂ ਕਹਿ ਸਕਦੇ ਹਾਂ ਡਿਫੈਕਟਿਵ ਪੀਸ ਸੀਗਾ ਉਹ, ਤਾਂ ਜਦੋਂ ਉਹ 'ਚ ਪ੍ਰੈਸ਼ਰ ਬਣਦਾ ਤਾਂ ਜਿਹੜਾ ਸਾਡਾ ਉਹ ਫਟ ਵੀ ਸਕਦਾ ਹੈਗਾ, ਉਹ ਜਿਹੜਾ ਆਇਲ ਵਾਲਾ ਸਿਲੰਡਰ ਹੈ ਮੀਨਸ ਜਿਹੜਾ ਕੰਟੇਨਰ ਹੈ। ਕਹਿੰਦਾ ਦੇयर इज़ ए रिस्क, ਸੈਕੰਡ ਡਿਸਐਡਵਾਂਟੇਜ, देयर इज़ ए रिस्क ऑफ फॉर्मेशन ऑफ एक्सप्लोजिव मिक्सचर विद एयर। ਹੁਣ ਕਹਿੰਦਾ ਅਗਰ 에ਅਰ ਦੇ ਨਾਲ ਮਿਕਸਿੰਗ ਹੋ ਜਾਵੇ ਅੰਦਰ, ਮਤਲਬ ਜਦੋਂ ਫਾਇਰ ਮੀਨਸ ਆਰਗਨ ਜਨਰੇਟ ਹੁੰਦੀ ਆ, ਜਾਂ ਸਾਡੇ ਜਿਹੜਾ ਆ ਟਰਾਂਸਫਾਰਮਰ ਆਇਲਾਂ ਨੂੰ ਅਗਰ ਉਹਨੂੰ 에ਅਰ ਦੇ ਨਾਲ ਮਿਕਸ ਕਰਦੀ ਹੈ ਜਾਂ ਹੋ ਜਾਵੇ ਕਿਸੇ ਕਾਰਨ ਕਰਕੇ, ਤਾਂ ਕੋਈ ਐਕਸਪਲੋਜਨ ਜਿਹੜਾ ਹੋ ਸਕਦਾ, ਅੱਗ ਲੱਗਣ ਦਾ ਖਤਰਾ ਪੈਦਾ ਹੋ ਜਾਂਦਾ ਹੈਗਾ। ਕਹਿੰਦਾ ਡਿਊ ਟੂ ਦਾ decomposition of oil in the arc, the oil becomes polluted by carbon particles। ਹੁਣ ਕਿਉਂਕਿ ਬਾਰ-ਬਾਰ ਡੀਕੰਪੋਜੀਸ਼ਨ ਹੋਣੀ ਆ ਜਦੋਂ ਆਪਾਂ ਸਰਕਟ ਬ੍ਰੇਕਰ ਨੇ ਟ੍ਰਿਪ ਕਰਨਾ ਹੈਗਾ, ਤਾਂ ਉਹਦੇ ਕਰਕੇ ਕਹਿੰਦਾ ਕਿ ਜਿਹੜਾ ਆਇਲ ਸਾਡਾ ਪੋਲਿਊਟਡ ਹੋ ਜਾਂਦਾ। ਕਾਹਦੇ ਕਰਕੇ? ਕਿਉਂਕਿ ਜਿਹੜੇ ਟਰਮੀਨਲਸ ਨੇ, ਜਿਹੜੇ ਕੰਟੈਕਟਸ ਨੇ ਆਪਸ ਦੇ ਵਿੱਚ ਜਦੋਂ ਅਲੱਗ-ਅਲੱਗ ਹੁੰਦੇ ਆ ਤਾਂ ਕਾਰਬਨ ਜਨਰੇਟ ਹੁੰਦੀ ਹੈ, ਉਸ ਕਾਰਬਨ ਪਾਰਟੀਕਲਸ ਦੇ ਨਾਲ ਜਿਹੜੀ ਆ ਆਇਲ ਆ ਉਹ ਪੋਲਿਊਟਡ ਹੋ ਜਾਂਦਾ, ਵਿਚ ਰਿਡਿਊਸਿਸ ਇਸ ਡਾਇਲੈਕਟ੍ਰਿਕ ਸਟਰੈਂਥ। ਅਤੇ ਪੋਲਿਊਟ ਹੋਣ ਨਾਲ ਕੀ ਹੁੰਦਾ ਹੈ, ਆਇਲ ਦੇ ਵਿੱਚ ਡਾਇਲੈਕਟ੍ਰਿਕ ਸਟਰੈਂਥ ਜਿਹੜੀ ਉਹਦੀ ਘੱਟ ਜਾਂਦੀ ਆ। ਹੈਂਸ ਪੀਰੀਓਡੀਕਲ ਮੇਨਟੇਨੈਂਸ ਐਂਡ ਰਿਪਲੇਸਮੈਂਟ ਆਰ ਰਿਕੁਆਇਰਡ। ਇਸ ਕਰਕੇ ਕਹਿੰਦਾ ਸਾਨੂੰ ਜਿਹੜੇ ਬਲਕ ਆਇਲ ਸਰਕਟ ਬ੍ਰੇਕਰ ਆ, ਇਹਨਾਂ ਦੀ ਮੇਨਟੇਨੈਂਸ ਜਿਹੜੀ ਆ ਉਹ ਜ਼ਿਆਦਾ ਹੁੰਦੀ ਆ ਮਿਨੀਮਮ ਆਇਲ ਸਰਕਟ ਬ੍ਰੇਕਰ ਦੇ ਨਾਲ। ਇਸ ਤਰ੍ਹਾਂ ਸੀ ਇਹ ਬਲਕ ਆਇਲ ਸਰਕਟ ਬ੍ਰੇਕਰ ਕਿਸ ਤਰ੍ਹਾਂ ਵਰਕ ਕਰਦਾ ਹੈ, ਕਿੰਨਾ ਆਇਲ ਜ਼ਿਆਦਾ ਚਾਹੀਦਾ ਹੈਗਾ, ਇਹਦੀ ਕੀ ਮੇਨਟੇਨੈਂਸ ਹੈਗੀ ਔਰ ਕੀ ਇਹਦੀ ਐਡਵਾਂਟੇਜ ਐਂਡ ਡਿਸਐਡਵਾਂਟੇਜ। ਇਹ ਅੱਜ ਦਾ ਸਾਡਾ ਟੌਪਿਕ ਸੀਗਾ। ਥੈਂਕ ਯੂ।